ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜਦੋਂ ਸਪੱਟ ਸਿੰਘ ਯੋਧੇ ਨੇ ਮਨਾ ਕਰ ਦਿੱਤਾ, ਜਵਾਬ ਦੇ ਦਿੱਤਾ, ਜਦੋਂ ਉਹਨੇ ਆਖਿਆ ਵੀ ਮੈਂ ਨਹੀਂ ਵਿਆਹਣਾ ਇਹਨੂੰ, ਇੰਨੀ ਗੱਲ ਸੁਣ ਕੇ ਉਹ ਜੋਸ਼ ਦੇ ਵਿੱਚ ਆ ਗਈ, ਕ੍ਰੋਧ ਦੇ ਵਿੱਚ ਆ ਗਈ, ਮੈਦਾਨੇ ਜੰਗ ਵਿੱਚ ਜੂਝਣ ਵਾਸਤੇ ਖਲੋ ਗਈ। ਆਖਿਆ ਜਿਹੜਾ ਫਤਿਹ ਕਰ ਲਏਗਾ ਉਹ ਮੈਨੂੰ ਵੀ ਵਿਆਹ ਲਏਗਾ ਤੇ ਮੁਲਕ ਦਾ ਮਾਲਕ ਵੀ ਬਣ ਜਾਏਗਾ। ਇਸ ਤਰ੍ਹਾਂ ਉਹਨੇ ਜੰਗ ਕਰਨ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਬਾਪੋਸ਼ੀਦ ਖੁਫਤਾਨ ਜੋਸ਼ੀਦ ਜੰਗ ਕਰਨ ਵਾਸਤੇ ਸਰੀਰ ਦੇ ਉੱਪਰ ਉਹਨੇ ਫੁਲਾਦ ਰੰਗ ਸ਼ਬਦ ਵਰਤਿਆ, ਯਾਨੀ ਕਿ ਲੋਹੇ ਦਾ ਫੁਲਾਦ ਦਾ ਉਹਨੇ ਬਣਿਆ ਹੋਇਆ ਸੰਜੋ ਜਿਹੜਾ ਸਰੀਰ ਤੇ ਪਹਿਨ ਲਿਆ ਹੈ। ਹੈ ਬਰ ਆਰਤ ਚੁਮਾਹੇ ਮੁਨੀ, ਜੈਸੇ ਆਕਾਸ਼ ਦੇ ਵਿੱਚ ਚੰਦਰਮਾ ਆ ਕੇ ਟਿਕ ਜਾਂਦਾ ਹੈ, ਉਸ ਚੰਦਰਮੇ ਦੇ ਵਾਂਗੂ ਉਹ ਰਾਜਕੁਮਾਰੀ ਰੱਥ ਦੇ ਵਿੱਚ ਆ ਕੇ ਬਹਿ ਗਈ ਹੈ। ਬੁਸਤੰਦ ਸ਼ਮਸ਼ੇਰ ਜੁਸਤੰਦ ਤੀਰ, ਉਹਨੇ ਆਪਣੀ ਕਮਰ ਦੇ ਨਾਲ ਸ਼ਮਸ਼ੀਰ ਬੰਨ ਲਈ ਤੇ ਗਿਣੇ ਕੇ ਜਿਹੜੇ ਤੀਰ ਸਨ ਪੱਥੇ ਵਿੱਚ ਪਾ ਲਏ, ਕੁਝ ਹੱਥਾਂ ਵਿੱਚ ਫੜ ਲਏ। ਬਮੈਦਾ ਦਰ ਆਮਦ ਜੋ ਗੁਰੀਦ ਸ਼ੇਰ, ਸਤਿਗੁਰੂ ਕਹਿੰਦੇ ਜਿਵੇਂ ਭਵਕ ਮਾਰ ਕੇ ਸ਼ੇਰ ਆਉਂਦਾ ਹੈ, ਇਸੇ ਪ੍ਰਕਾਰ ਸ਼ੇਰ ਦੇ ਵਾਂਗੂ ਭਵਕ ਮਾਰ ਕੇ ਮੈਦਾਨੇ ਜੰਗ ਦੇ ਵਿੱਚ ਆ ਗਈ। ਜੋ ਸ਼ੇਰ ਅਸਤ ਸ਼ੇਰ ਅਫਗਨੋ ਦਿਲ ਦਲੇਰ, ਜਿਹਦਾ ਦਿਲ ਬੜਾ ਦਲੇਰ ਸੀਗਾ, ਜੈਸੇ ਸ਼ੇਰ ਬੜਾ ਦਲੇਰ ਤੇ ਸਾਹਸੀ ਹੁੰਦਾ ਹੈ, ਸ਼ੇਰ ਦੇ ਵਾਂਗੂ ਕਹਿੰਦੇ ਦਲੇਰ ਬਣ ਕੇ ਭਵਕ ਮਾਰਦਿਆਂ ਜੰਗ ਵਿੱਚ ਆ ਗਈ। ਬਾਪੋਸ਼ੀਦ ਖੁਫਤਾਨ ਜੋਸ਼ੀਦ ਜੰਗ, ਸਰੀਰ ਦੇ ਉੱਪਰ ਸੰਜੋਗ ਕਹਿੰਦੇ ਸਜਾਈ ਹੋਈ ਹੈ ਤੇ ਜੋਸ਼ ਦੇ ਵਿੱਚ ਆ ਕੇ ਜੰਗ ਵਿੱਚ ਆ ਗਈ। ਬਾਪੋਸ਼ੀਦ ਮੈਦਾਨ ਤੀਰੋ ਤੁਫੰਗ, ਦੂਸਰੇ ਪਾਸੇ ਸ਼ੇਰ ਦੇ ਵਾਂਗੂ ਭਬਕਾ ਮਾਰਦੇ ਹੋਏ ਜਿਹੜੇ ਰਾਜੇ ਸਨ ਉਹ ਵੀ ਆਪਣੇ ਸਰੀਰ ਦੇ ਉੱਪਰ ਬਾਦਸ਼ਾਹ ਕਹਿੰਦੇ ਸੰਜੋਆਂ ਪਹਿਨ ਕੇ ਤੇ ਮੈਦਾਨੇ ਜੰਗ ਵਿੱਚ ਆਣ ਪਹੁੰਚੇ, ਕਿਸੇ ਤੀਰ ਚਲਾਏ, ਕਿਸੇ ਬੰਦੂਕ ਵਿੱਚੋਂ ਗੋਲੀਆਂ ਚਲਾਈਆਂ, ਆ ਕਰਕੇ ਮੈਦਾਨ ਦੇ ਅੰਦਰ ਜੰਗ ਨੂੰ ਜਿੱਤਣਾ ਚਾਹੁੰਦੇ ਹਨ। ਨਾ ਤੀਰ ਬਾਰਾ ਕੁਨਦ ਕਾਰਜ਼ਾਰ, ਆਉਂਦਿਆਂ ਸਾਰੇ ਯੋਧਿਆਂ ਨੇ ਜੰਗ ਦੇ ਅੰਦਰ ਤੀਰਾਂ ਦੀ ਵਰਖਾ ਕਰ ਦਿੱਤੀ ਹੈ ਕਿ ਲਸ਼ਕਰ ਬਕਾਰ ਆਮਦਸ਼ ਬੇਸ਼ੁਮਾਰ, ਬੇਸ਼ੁਮਾਰ ਦੁਸ਼ਮਣ ਦਾ ਲਸ਼ਕਰ ਜੰਗ ਦੇ ਵਿੱਚ ਆ ਗਿਆ। ਚੂਨਾ ਬਾਨ ਬਾਰੀਦ ਤੀਰੋ ਤੁਫੰਗ, ਸਤਿਗੁਰੂ ਜੀ ਕਹਿੰਦੇ ਉੱਥੇ ਬਾਣਾਂ ਦੀ ਵਰਖਾ, ਤੀਰਾਂ ਦੀ ਤੁਫੰਗ, ਗੋਲੀਆਂ ਦੀ ਵਰਖਾ ਹੋਣ ਲੱਗੀ। ਬਸੇ ਮਰਦ ਮਾਮੁਰਦ ਹੈ ਸ਼ੁੱਧ ਜਾਏ, ਅਨੇਕਾਂ ਹੀ ਜਿਹੜੇ ਯੋਧੇ ਸਨ ਜੰਗ ਦੇ ਵਿੱਚ ਜਾ ਕਰਕੇ ਮਾਰੇ ਗਏ। ਸਹੇ ਨਾਮ ਗਜ ਸਿੰਘ ਦਰ ਆਮਦ ਬਜੰਗ, ਫਿਰ ਮੈਦਾਨੇ ਜੰਗ ਦੇ ਅੰਦਰ ਗਜ ਸਿੰਘ ਨਾਮ ਦਾ ਜਿਹੜਾ ਯੋਧਾ ਸੀ ਉਹ ਜੰਗ ਕਰਨ ਲਈ ਆ ਗਿਆ। ਜੋ ਕੈਬਰ ਕਮਾ ਹਮ ਜੋ ਤੀਰੋ ਤੁਫੰਗ, ਸਤਿਗੁਰੂ ਕਹਿੰਦੇ ਹੱਥ ਦੇ ਵਿੱਚ ਉਹਨੇ ਕਮਾਨ ਧਾਰਨ ਕੀਤੀ ਹੋਈ ਹੈ, ਤੀਰ ਤੇ ਬੰਦੂਕ ਧਾਰਨ ਕੀਤੇ ਹੋਏ ਹਨ। ਭੁਜੰਬਸ਼ ਦਰ ਆਮਦ ਚੁ ਅਫਰੀਤ ਮਸਤ, ਜਿਸ ਪ੍ਰਕਾਰ ਕੋਈ ਮਸਤ ਹਾਥੀ ਸ਼ੇਰ ਕਹਿੰਦੇ ਤੁਰਿਆ ਜਾਂਦਾ ਹੈ, ਇਸੇ ਤਰ੍ਹਾਂ ਜੋਸ਼ ਦੇ ਵਿੱਚ ਆ ਕੇ ਉਹ ਜੰਗ ਵਿੱਚ ਆ ਗਿਆ। ਯਕੇ ਗੁਰਜ਼ ਅਜ਼ਫੀਲ ਪੈਕਰ ਬਦਸਤ, ਪਾਤਸ਼ਾਹ ਕਹਿੰਦੇ ਉਹਨੇ ਆਪਣੇ ਹੱਥ ਦੇ ਅੰਦਰ ਹਾਥੀ ਵਾਂਗੂ ਇੱਕ ਮਸਤ ਵੱਡੀ ਗੁਰਜ ਫੜੀ ਹੋਈ ਹੈ, ਜਿਹਨੂੰ ਫੜ ਕੇ ਜੰਗ ਕਰਨ ਲਈ ਆਇਆ ਹੈ। ਯਕੇ ਤੀਰ ਜ਼ਦਬਾਨੂਏ ਪਾਕ ਮਰਦਾ, ਸਤਿਗੁਰੂ ਕਹਿੰਦੇ ਉਸ ਔਰਤ ਨੇ, ਲੜਕੀ ਨੇ ਇਸ ਮਰਦ ਦੇ ਮੱਥੇ ਦੇ ਵਿੱਚ ਇੱਕ ਤੀਰ ਮਾਰਿਆ ਹੈ ਕਿ ਗਜ ਸਿੰਘ ਅਜ ਅਸਪ ਆਮਦ ਬਗਰਦਾ, ਇਹੋ ਜਿਹਾ ਪਰਪਟਿਆਂ ਦੇ ਵਿੱਚ ਤਰਕੁੱਟੀ ਵਿੱਚ ਤੀਰ ਮਾਰਿਆ ਕਿ ਗਜ ਸਿੰਘ ਜਿਹੜਾ ਸੀ ਆਪਣੇ ਘੋੜੇ ਤੋਂ ਹੇਠਾਂ ਡਿੱਗਿਆ ਤੇ ਗਰਦ ਵਿੱਚ ਰੁਲ ਗਿਆ ਹੈ। ਗਰਰਾਜ ਹਰਨ ਸਿੰਘ ਦਰ ਆਮਦ ਬਰੋ, ਉਸ ਤੋਂ ਬਾਅਦ ਦੂਸਰਾ ਜਿਹੜਾ ਰਾਜਾ ਰਣ ਸਿੰਘ ਬੜੇ ਰੋਸ ਦੇ ਵਿੱਚ ਆਇਆ, ਕ੍ਰੋਧ ਵਿੱਚ ਆਇਆ ਤੇ ਜੰਗ ਵਿੱਚ ਆ ਗਿਆ ਹੈ। ਕਿ ਪਰਵਾਨੇ ਹੈ ਚੂੰਦਰ ਆਮਦ ਬਜੋ, ਜੰਗ ਦੇ ਵਿੱਚ ਇਸ ਤਰ੍ਹਾਂ ਆਇਆ ਜਿਵੇਂ ਕੋਈ ਪਰਵਾਨਾ ਅੱਗ ਦੀ ਲਾਟ ਦੇ ਉੱਪਰ ਦੌੜ ਕੇ ਆਉਂਦਾ ਹੈ। ਸੁਨਾ ਤੇ ਗਜ਼ਦ ਬਾਨੂਏ ਸ਼ੇਰ ਤਨ, ਸਤਿਗੁਰੂ ਜੀ ਕਹਿੰਦੇ ਇਸ ਨੇ ਵੀ ਆ ਕਰਕੇ ਮੈਦਾਨੇ ਜੰਗ ਅੰਦਰ ਜਦੋਂ ਜੰਗ ਕਰਨ ਦੀ ਕੋਸ਼ਿਸ਼ ਕੀਤੀ, ਉਸ ਸ਼ੇਰ ਤਨ ਵਾਲੀ, ਸ਼ੇਰ ਸਰੀਰ ਵਾਲੀ ਸਾਹਸੀ ਲੜਕੀ ਨੇ ਇਹੋ ਜੀ ਤੇਗ ਰਾਜੇ ਰਣ ਸਿੰਘ ਨੂੰ ਮਾਰੀ ਹੈ। ਬੇਅਫਤਾਦ ਰਣ ਸਿੰਘ ਚੋ ਸਰਵੇ ਚਮਨ, ਮਹਾਰਾਜ ਕਹਿੰਦੇ ਜਿਹੜਾ ਰਣ ਸਿੰਘ ਸੀ ਜਿਹੜਾ ਉਲਟ ਕੇ ਘੋੜੇ ਤੋਂ ਹੇਠਾਂ ਜਾ ਡਿੱਗਿਆ ਤੇ ਮਿੱਟੀ ਵਿੱਚ ਡਿੱਗ ਪਿਆ ਹੈ। ਯਕੇ ਸ਼ਹਿਰ ਅੰਬੇਰ ਦਿਗਰ ਜੋਧਪੁਰ, ਉਸ ਤੋਂ ਬਾਅਦ ਇੱਕ ਸ਼ਹਿਰ ਹੈ ਜੀ ਅੰਬੇਰ ਦਾ ਰਾਜਾ ਦਿਗਰ ਜੋਧਪੁਰ,
ਤੇ ਦੂਜਾ ਜਿਹੜਾ ਜੋਧਪੁਰ ਦਾ ਰਾਜਾ ਹੈ। ਕਰਾਮੀ ਤੇ ਬਾਨੋ ਚੋਰਿਕ ਸੰਦਹ ਦੌਰਾ। ਮਹਾਰਾਜ ਕਹਿੰਦੇ ਮੈਦਾਨੇ ਜੰਗ ਵਿੱਚ ਇਸ ਪ੍ਰਕਾਰ ਆਏ ਜਿਵੇਂ ਕੋਈ ਵੱਡੇ ਦੈਂਤ ਹੁੰਦੇ ਨੇ, ਦੈਂਤਾਂ ਨੇ ਆਈ ਜੰਗ ਵਿੱਚ ਆ ਗਏ। ਬੇਜ਼ਤੇਗ ਬਾਜ਼ੋਰ ਬਾਨੋ ਸੇ ਪਰਾ। ਸਤਿਗੁਰ ਜੀ ਕਹਿੰਦੇ ਹਨ ਇਹਨਾਂ ਨੇ ਆ ਕਰਕੇ ਬੜੇ ਜ਼ੋਰ ਦੇ ਨਾਲ ਉਸ ਲੜਕੀ ਦੀ ਜਿਹੜੀ ਢਾਲ ਸੀ ਉਸ ਢਾਲ ਦੇ ਉੱਪਰ ਤੇਗ ਦਾ ਵਾਰ ਕੀਤਾ ਹੈ। ਬਰਖੇਜ਼ ਸ਼ੋਲੇ ਹੈ ਬਸੇ ਚੂੰਗ ਹਰਾ। ਜਦੋਂ ਉਹਨਾਂ ਨੇ ਤੇਗਾਂ ਢਾਲ ਦੇ ਉੱਪਰ ਮਾਰੀਆਂ ਤੇ ਉਹਦੇ ਵਿੱਚੋਂ ਅੱਗ ਦੇ ਚੰਗਿਆੜੇ ਨਿਕਲੇ ਹਨ। ਇਸ ਤਰ੍ਹਾਂ ਜਾਣੋ ਕਿ ਜਿਵੇਂ ਉਹ ਚਮਕਦੇ ਮੋਤੀ ਹੋਣ, ਚਮਕਦੇ ਮੋਤੀਆਂ ਵਾਂਗੂ ਚੰਗਿਆੜੇ ਢਾਲਾਂ ਵਿੱਚੋਂ ਨਿਕਲਦੇ ਹਨ। ਸਿਮਰਾਜ ਹੈ ਬੂੰਦੀ ਦਰ ਆਮਦ ਦਲੇ। ਉਸ ਤੋਂ ਬਾਅਦ ਤੀਸਰਾ ਰਾਜਾ ਆਇਆ ਜਿਹੜਾ ਬੂੰਦੀ ਸ਼ਹਿਰ ਦਾ ਰਾਜਾ ਸੀ। ਇਸ ਤਰ੍ਹਾਂ ਉਹ ਦਲੇਰ ਯੋਧਾ ਜੰਗ ਵਿੱਚ ਆਇਆ ਹੈ। ਜੋ ਬਰ ਬੱਚੇ ਆਹੂ ਚੋ ਗੁਰਰੀ ਦਸ਼ੇਰ। ਸਤਿਗੁਰ ਜੀ ਕਹਿੰਦੇ ਜੈਸੇ ਹਰਨ ਦਾ ਬੱਚਾ ਹੁੰਦਾ ਹੈ ਤੇ ਜਿਸ ਪ੍ਰਕਾਰ ਸ਼ੇਰ ਕਹਿੰਦੇ ਗਰਜਦਾ ਹੈ, ਇਸੇ ਪ੍ਰਕਾਰ ਉਹ ਚਾਲ ਵਿੱਚ ਚੱਲਦਾ ਹੋਇਆ ਤੇ ਗਰਜਦਾ ਜੰਗ ਵਿੱਚ ਆਇਆ ਹੈ। ਸੁਨਾ ਤੀਰ ਜ਼ਦ ਹਰ ਦੋ ਅਬਰੂ ਸੇ ਕੰਜਾ। ਇਸੇ ਪ੍ਰਕਾਰ ਉਸ ਲੜਕੀ ਨੇ ਫਿਰ ਦੁਬਾਰਾ ਕਹਿੰਦੇ ਕੱਸ ਕੇ ਤੀਰ ਮਾਰੇ ਹਨ। ਅਫਤਾਦ ਅਮਰ ਸਿੰਘ ਚੋ ਸ਼ਾਖੇ ਤੋਰੰਜ। ਅਮਰ ਸਿੰਘ ਨਾਮ ਦਾ ਜਿਹੜਾ ਰਾਜਾ ਸੀਗਾ ਉਹਨੂੰ ਧਰਤੀ ਤੇ ਮਾਰ ਕੇ ਏਦਾਂ ਸੁੱਟ ਦਿੱਤਾ ਜਿਵੇਂ ਦਰਖਤ ਦੇ ਨਾਲੋਂ ਨਿੰਬੂ ਤੋੜ ਕੇ ਸੁੱਟ ਦੇਈਦਾ ਹੈ। ਚੋ ਅਮਰਾਜ ਹੈ ਜੈ ਸਿੰਘ ਦਰ ਆਮਦ ਮੁਸਾਫ। ਇਸੇ ਤਰ੍ਹਾਂ ਚੌਥਾ ਜਿਹੜਾ ਰਾਜਾ ਜੈ ਸਿੰਘ ਮੈਦਾਨੇ ਜੰਗ ਵਿੱਚ ਆ ਗਿਆ। ਬਜੋਸ਼ਨ ਦਰੀ ਸ਼ੁੱਧ ਚੋ ਅਜ ਕੋ ਕਾ। ਬੜੇ ਜੋਸ਼ ਦੇ ਅੰਦਰ ਜੰਗ ਦੇ ਵਿੱਚ ਆਇਆ ਤੇ ਜਿਵੇਂ ਕਹਿੰਦੇ ਕੋਹ ਕਾਫ ਨਾ ਇੱਕ ਪਹਾੜ ਦਾ ਨਾਮ ਹੈ। ਇਹ ਕੋਹ ਕਾਫ ਪਹਾੜ ਦੇ ਵਾਂਗੂ ਆ ਕੇ ਜੰਗ ਵਿੱਚ ਖਲੋ ਗਿਆ। ਉਮਾ ਖਦ ਸ਼ਰਬਤ ਕੇ ਯਾਰੇ ਚੂਮ। ਸਤਿਗੁਰੂ ਕਹਿੰਦੇ ਜਿਹੜੇ ਪਹਿਲੇ ਰਾਜੇ ਆਏ ਸਨ ਨਾ, ਜਿਵੇਂ ਅੰਬੇਰ ਸ਼ਹਿਰ ਦਾ ਰਾਜਾ ਆਇਆ, ਜੋਧਪੁਰ ਦਾ ਰਾਜਾ ਆਇਆ, ਬੂੰਦੀ ਸ਼ਹਿਰ ਦਾ ਰਾਜਾ ਅਮਰ ਸਿੰਘ ਆਇਆ, ਰਾਜਾ ਜੈ ਸਿੰਘ ਵੀ ਇਸੇ ਤਰ੍ਹਾਂ ਜਦੋਂ ਮੈਦਾਨੇ ਜੰਗ ਵਿੱਚ ਆਇਆ, ਇਹਦੇ ਨਾਲ ਦੇ ਸਾਥੀਆਂ ਨੂੰ ਜਿਵੇਂ ਇਸ ਰਾਜਕੁਮਾਰੀ ਨੇ ਮੌਤ ਦੀ ਸ਼ਰਬਤ ਪਿਆ ਦਿੱਤੀ, ਇਸੇ ਪ੍ਰਕਾਰ ਇਹਨੇ ਇਸ ਰਾਜੇ ਜੈ ਸਿੰਘ ਨੂੰ ਵੀ ਮੌਤ ਦੀ ਸ਼ਰਬਤ ਪਿਆ ਦਿੱਤੀ ਹੈ। ਸੇ ਜੈ ਸਿੰਘ ਬਸੇ ਯਕ ਨਿਆਮਤ ਕਦਮ। ਸਤਿਗੁਰੂ ਕਹਿੰਦੇ ਜੈ ਸਿੰਘ ਜੰਗ ਦੇ ਅੰਦਰ ਇੱਕ ਵੀ ਕਦਮ ਅੱਗੇ ਨਹੀਂ ਵਧਾ ਸਕਿਆ। ਰਾਣੀ ਨੇ ਖੜੇ ਖੜੋਤੇ ਰਾਜੇ ਦੇ ਮਾਰ ਕੇ ਤੀਰੋਂ ਨੂੰ ਪਾਰ ਬੁਲਾ ਦਿੱਤਾ ਹੈ। ਯਕੇਸ਼ ਫਿਰੰਗੇ ਪਿਲੰਦੇ ਦੇ ਗਰ। ਉਸ ਤੋਂ ਬਾਅਦ ਇੱਕ ਰਾਜਾ ਫਿਰੰਗ ਸ਼ਹਿਰ ਦਾ ਆਇਆ। ਜਿਹੜੇ ਫਰੰਗੀ ਸੀ ਨਾ, ਫਰਾਂਸੀਸੀ, ਇਹਨਾਂ ਨੂੰ ਫਰੰਗੀ ਕਹਿੰਦੇ ਸਨ। ਹਿੰਦੁਸਤਾਨ ਦੇ ਉੱਤੇ ਪਠਾਣਾ ਤੋਂ ਪਹਿਲਾਂ ਫਿਰੰਗੀ ਸਨ। ਫਿਰੰਗੀ ਆਏ, ਪਠਾਨ ਆਏ, ਫਿਰ ਮੁਗਲ ਆਏ, ਫਿਰ ਅੰਗਰੇਜ਼ ਆਏ। ਅੰਗਰੇਜ਼ ਜਿਹੜੇ ਸਨ ਬ੍ਰਿਟਿਸ਼ ਲੋਕ ਸਨ। ਆ ਜਿਹੜੇ ਇੰਗਲੈਂਡ ਤੋਂ ਆਉਂਦੇ ਬ੍ਰਿਟਿਸ਼ ਲੋਕ ਇਹ ਨੇ। ਜਿਹੜੇ ਫਰਾਂਸੀਸੀ ਸਨ, ਉਹ ਜਿਹੜੇ ਫਰਾਂਸੀਸੀ ਪਹਿਲਾਂ ਆਏ ਸਨ ਪਠਾਣਾ ਤੋਂ ਪਹਿਲਾਂ। ਜਦੋਂ ਲੋਧੀਆਂ ਦਾ ਰਾਜ ਸੀ ਨਾ ਹਿੰਦੁਸਤਾਨ ਦੇ ਉੱਪਰ, ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਆਮਦ ਹੋਈ ਉਦੋਂ ਹਿੰਦੁਸਤਾਨ ਦੇ ਉੱਪਰ ਲੋਧੀਆਂ ਦਾ ਰਾਜ ਸੀ, ਪਠਾਣਾ ਦਾ ਰਾਜ ਸੀ। ਪਠਾਣਾ ਤੋਂ ਪਹਿਲਾਂ ਫਰਾਂਸੀਸੀ ਲੋਕਾਂ ਦਾ ਰਾਜ ਸੀ ਜਿਨ੍ਹਾਂ ਨੂੰ ਫਰੰਗੀ ਕਹਿੰਦੇ ਸਨ। ਤੋ ਜਿਹੜੇ ਬ੍ਰਿਟਿਸ਼ ਲੋਕ ਨੇ ਇਹ ਬਾਅਦ ਵਿੱਚ ਆਏ ਹਨ। ਜਦੋਂ 7 ਪੁਸ਼ਤਾਂ ਦਾ ਰਾਜ ਖਤਮ ਹੋ ਗਿਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਮੁਗਲਾਂ ਨੂੰ ਦਿੱਤਾ ਸੀਗਾ, ਫਿਰ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਬਾਅਦ ਵਿੱਚ। ਇਸ ਪ੍ਰਕਾਰ ਮਹਾਰਾਜ ਕਹਿੰਦੇ ਫਿਰੰਗ ਦੇਸ਼ ਦਾ ਇੱਕ ਫਰੰਗੀ ਰਾਜਾ ਅੱਗੇ ਆਇਆ। ਪਿਲੰਦੇ ਦਿਗਰ, ਫਿਰ ਪਿਲੰਦ ਦੇਸ਼ ਦਾ ਇੱਕ ਰਾਜਾ, ਦੂਜਾ ਰਾਜਾ ਚੜ ਕੇ ਆਇਆ ਹੈ। ਬਮੈਦਾ ਦਰ ਆਮਦ ਚੋ ਸ਼ੇਰੇ ਬੱਬਰ। ਜਿਵੇਂ ਬੱਬਰ ਸ਼ੇਰ ਆਉਂਦਾ ਹੈ। ਸ਼ੇਰਾਂ ਦੀਆਂ ਬੜੀਆਂ ਕਿਸਮਾਂ ਹੁੰਦੀਆਂ ਨੇ, ਪਰ ਇਹਨਾਂ ਵਿੱਚੋਂ ਸ਼੍ਰੋਮਣੀ ਸ਼ੇਰ ਬੱਬਰ ਸ਼ੇਰ ਮੰਨਿਆ ਜਾਂਦਾ, ਜਿਹੜਾ ਸੁਨਹਿਰੇ ਰੰਗ ਦਾ ਤੇ ਗਲ ਵਿੱਚ ਜਿਹਦੇ ਜੱਤ ਹੁੰਦੀ ਹੈ, ਉਹਨੂੰ ਬੱਬਰ ਸ਼ੇਰ ਕਹਿੰਦੇ ਨੇ। ਬੱਬਰ ਸ਼ੇਰ ਦੇ ਵਾਂਗੂ ਮੈਦਾਨੇ ਜੰਗ ਵਿੱਚ ਚੱਲ ਕੇ ਆਇਆ ਹੈ। ਸਿਮ ਸ਼ਾਹ ਅੰਗਰੇਜ਼ ਚੂ ਆਫਤਾ। ਉਸ ਤੋਂ ਬਾਅਦ ਤੀਸਰਾ ਇੱਕ ਹੋਰ ਯੋਧਾ ਆਇਆ ਜਿਹੜਾ ਅੰਗਰੇਜ਼ ਰਾਜਾ ਸੀਗਾ। ਜੂ ਆਫਤਾਬ ਜੈਸੇ ਆਕਾਸ਼ ਵਿੱਚ ਸੂਰਜ ਚਮਕਦਾ ਹੈ, ਸੂਰਜ ਦੀ ਨਿਆਈ ਇਹ ਚਮਕਦਾ ਜੰਗ ਵਿੱਚ ਆਇਆ। ਚੂਮ ਸ਼ਾਹ ਹਬਸ਼ੀ ਚੋ ਮਗਰੇ ਦਰ ਆ। ਫਿਰ ਚੌਥਾ ਇੱਕ ਹੋਰ ਰਾਜਾ ਆਇਆ ਜਿਹੜਾ ਹਬਸ਼ ਦੇਸ਼ ਦਾ ਸੀ, ਜਿਨ੍ਹਾਂ ਨੂੰ ਆਪਾਂ ਹਬਸ਼ੀ ਕਹਿੰਦੇ ਆ ਨਾ, ਅਫਰੀਕਨ ਲੋਕ, ਇਸ ਇਲਾਕੇ ਦਾ। ਫਿਰ ਉਸ ਇਲਾਕੇ ਦਾ ਜਿਹੜਾ ਰਾਜਾ ਆਇਆ ਉਹ ਵੀ ਮੈਦਾਨੇ ਜੰਗ ਵਿੱਚ ਇਸ ਤਰ੍ਹਾਂ ਆਇਆ। ਚੂ ਮਗਰੇ ਦਰ ਆਬ ਜੈਸੇ
ਪਾਣੀ ਦੇ ਵਿੱਚ ਮਗਰਮੱਛ ਹੁੰਦਾ ਹੈ, ਮਗਰਮੱਛ ਦੇ ਵਾਂਗੂ ਇਹ ਜਿਹੜਾ ਰਾਜਾ ਆਣ ਪਹੁੰਚਿਆ ਹੈ। यकेरा बेजत निज है मुश्ते देगर ਸਤਿਗੁਰੂ ਕਹਿੰਦੇ ਇੱਕ ਨੂੰ ਤਾਂ ਇਸ ਲੜਕੀ ਨੇ ਨੇਜੇ ਨਾਲ ਮਾਰ ਦਿੱਤਾ, ਮੁਸਤੇ ਦਿਗਰ ਦੂਜੇ ਨੂੰ ਮੁੱਕਾ ਮਾਰ ਕੇ ਮਾਰ ਦਿੱਤਾ ਹੈ। सिमरा बपाओ चुअमरा से पर ਜਿਹੜਾ ਤੀਸਰਾ ਸੀ ਇੱਕ ਨੂੰ ਪੈਰਾਂ ਹੇਠਾਂ ਲਤਾੜ ਕੇ ਮਾਰ ਦਿੱਤਾ, ਚੁਅਮਰਾ ਸਿਪਰ, ਤੇ ਜਿਹੜਾ ਚੌਥਾ ਸੀ ਉਹਦੇ ਮੂੰਹ ਤੇ ਢਾਲ ਮਾਰ ਕੇ ਉਹਨੂੰ ਮਾਰ ਦਿੱਤਾ ਹੈ। चूना में बेअख्तत न बर्खास्त बाज ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਇਹਨਾਂ ਨੂੰ ਮਾਰਿਆ ਧਰਤੀ ਤੇ ਡਿੱਗ ਪਏ ਤੇ ਇਹਨਾਂ ਵਿੱਚੋਂ ਕੋਈ ਮੁੜ ਕੇ ਉੱਠਿਆ ਨਹੀਂ। सुए आसमां जान परवाज शाह ਇਹਨਾਂ ਦੇ ਸਰੀਰ ਦੇ ਵਿੱਚੋਂ ਜਾਨ ਜਿਹੜੀ ਸੀ ਉਹ ਖੰਭ ਲਾ ਕਰਕੇ ਉੱਡ ਗਈ, ਭਾਵ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ ਤੇ ਸਵਰਗਾਂ ਨੂੰ ਚਲੇ ਗਏ ਹਨ। देगर कस नियामत तमन्ना ए जंग ਸਤਿਗੁਰੂ ਕਹਿੰਦੇ ਇੰਨੇ ਰਾਜੇ ਮਰਨ ਤੋਂ ਬਾਅਦ ਕਿਸੇ ਦੇ ਮਨ ਦੇ ਅੰਦਰ ਜੰਗ ਕਰਨ ਦੀ ਤਮੰਨਾ ਪੈਦਾ ਨਹੀਂ ਹੋਈ। के पेशे नियामत दिलावर निहंग ਇਸ ਪ੍ਰਕਾਰ ਕੋਈ ਵੀ ਪਾਤਸ਼ਾਹ ਕਹਿੰਦੇ ਮਗਰਮੱਛ ਵਾਂਗੂ ਜੂਝਣ ਵਾਸਤੇ ਜੰਗ ਵਿੱਚ ਨਹੀਂ ਆਇਆ। शबे शह शबस्ता चूंदर आमद बफोज ਇਹਨੇ ਨੂੰ ਸ਼ਬੇ ਸ਼ਹ ਹੈ। ਸ਼ਬੇ ਸ਼ਹ ਕਹਿੰਦੇ ਸ਼ਬ ਨਾਮ ਹੁੰਦਾ ਰਾਤ ਦਾ, ਰਾਤ ਦਾ ਜਿਹੜਾ ਮਾਲਕ ਚੰਦਰਮਾ ਆਕਾਸ਼ ਦੇ ਵਿੱਚ ਆ ਗਿਆ। ਦਰਿਆਮਦ ਬਾ ਫੌਜ, ਆਪਣੀਆਂ ਫੌਜਾਂ ਲੈ ਕੇ ਆਇਆ, ਭਾਵ ਕਿ ਚੰਦਰਮਾ ਤਾਰਿਆਂ ਦੇ ਸਹਿਤ ਆਕਾਸ਼ ਵਿੱਚ ਆ ਗਿਆ, ਯਾਨੀ ਰਾਤ ਪੈ ਗਈ ਹੈ। सिपे खान है आमद हमें मौज मौज ਔਰ ਜਿੰਨੇ ਸਿਪਾਹੀ ਸਾਨੂੰ ਆਪਣੇ ਘਰਾਂ ਨੂੰ ਵਾਪਸ ਆ ਗਏ ਹਨ, ਜੈਸੇ ਸਮੁੰਦਰ ਦੇ ਵਿੱਚ ਲਹਿਰਾਂ ਠਾਠਾਂ ਮਾਰਦੀਆਂ ਨੇ, ਇਸੇ ਪ੍ਰਕਾਰ ਲਹਿਰਾਂ ਦੇ ਵਾਂਗੂ ਠਾਠਾਂ ਮਾਰਦੇ ਸਿਪਾਹੀ ਮੌਜ ਨਾਲ ਘਰ ਆ ਗਏ ਹਨ। बरोजे दिगर रोशनीयत बना ਦੂਸਰਾ ਦਿਨ ਫਿਰ ਹੋਇਆ, ਸਾਰੀ ਰੋਸ਼ਨੀ ਨੂੰ ਪਨਾਹ ਆਸਰਾ ਦੇਣ ਵਾਲਾ ਜਿਹੜਾ ਸੂਰਜ ਹੈ। औरंग दर आमद चो औरंग शाह जैसे कोई बादशाह तखत ਦੇ ਉੱਪਰ ਆ ਕਰਕੇ ਬੈੰਦਾ ਹੈ, ਐਸੇ ਤਰ੍ਹਾਂ ਆਫਤਾਬ ਜਿਹੜਾ ਸੂਰਜ ਹੈ, ਮਹਾਰਾਜ ਕਹਿੰਦੇ ਉਹ ਵੀ ਆ ਕੇ ਤਖਤ ਤੇ ਬਹਿ ਗਿਆ, ਯਾਨੀ ਦਿਨ ਚੜ ਗਿਆ, ਹਰ ਪਾਸੇ ਰੌਸ਼ਨੀ ਹੋ ਗਈ ਹੈ। तो सुए यला हमें बस्तंद कमरा ਦੋਨੇ ਪਾਸੇ ਦੇ ਜਿਹੜੇ ਸੂਰਮੇ ਸਨ, ਬਸਤੰਦ ਕਮਰ, ਉਹਨਾਂ ਆਪਣੀ ਕਮਰ ਕੱਸ ਲਈ ਤਿਆਰ ਬਰ ਤਿਆਰ ਹੋ ਗਏ। मैदान जुस्तन से परबर से पर ਸਤਿਗੁਰ ਜੀ ਕਹਿੰਦੇ ਜੰਗ ਵਿੱਚ ਆ ਕਰਕੇ ਜੋਸ਼ ਨਾਲ ਲੜਨ ਲੱਗੇ, ਢਾਲਾਂ ਤੇ ਢਾਲਾਂ ਵੱਜਣ ਲੱਗੀਆਂ। गुर्रीद आमद तो अबरे मूसा ਇਸ ਪ੍ਰਕਾਰ ਜੈਸੇ ਜੰਗ ਦੇ ਅੰਦਰ ਸਤਿਗੁਰੂ ਕਹਿੰਦੇ ਏਦਾਂ ਆਏ ਜੈਸੇ ਕੋਈ ਸ਼ੇਰ ਭਬਕਾਂ ਮਾਰ ਕੇ ਜੰਗ ਵਿੱਚ ਆਉਂਦਾ ਹੈ। ਇਹ ਜਿਹੜੇ ਯੋਧੇ ਹਨ ਮੈਦਾਨੇ ਜੰਗ ਵਿੱਚ ਗਰਜਦੇ ਆਏ ਹਨ। यके गश्त हायल यके गश्त जा ਜਦੋਂ ਜੰਗ ਕੀਤਾ ਤੇ ਇੱਕ ਤਾਂ ਕਹਿੰਦੇ ਗਸ਼ਤ ਹਾਇਲ ਜ਼ਖਮੀ ਹੋ ਗਿਆ, ਯਕੇ ਗਸ਼ਤ ਜਾਫ ਤੇ ਕਈ ਮਾਰੇ ਗਏ ਹਨ। चकाचक बरखास्त तीरो तो फंग ਕਿਸੇ ਪਾਸੇ ਤੀਰ ਚੱਲਦੇ, ਕਿਸੇ ਪਾਸੇ ਕਾੜ ਕਾੜ ਕਰਦੀਆਂ ਗੋਲੀਆਂ ਚੱਲਦੀਆਂ ਹਨ। तथागत दर आमद हमें रंग रंग ਇੱਕ ਪਾਸਿਓਂ ਮਹਾਰਾਜ ਕਹਿੰਦੇ ਸ਼ਸਤਰਾਂ ਦੇ ਚੱਲਣ ਦੀ ਭਾਂਤ ਭਾਂਤ ਦੀ ਆਵਾਜ਼ ਆਉਣ ਲੱਗੀ ਹੈ। जे तीरो जे तोपो जे तेगो तबरा ਕਿਤੋਂ ਤੀਰ ਚੱਲਦੇ ਨੇ, ਕਿਸੇ ਪਾਸੇ ਤੋਪਾਂ ਚੱਲਦੀਆਂ, ਕਿਸੇ ਪਾਸੇ ਤੇਗ ਤੇ ਕਿਸੇ ਪਾਸੇ ਤਬਰ। ਤਬਰ ਨਾਮ ਹੁੰਦਾ ਕੁਹਾੜਿਆਂ ਦਾ, ਕਿਸੇ ਪਾਸੇ ਕੁਹਾੜੇ ਚੱਲਦੇ ਹਨ। जे निजे व नाचक व नावक से पर ਇਸੇ ਤਰ੍ਹਾਂ ਕਿਸੇ ਪਾਸੇ ਨੇਜੇ ਵਾ ਨਾਚਕ, ਨਾਚਕ ਕਹਿੰਦੇ ਛੋਟੇ ਬਰਛਿਆਂ ਨੂੰ, ਕਿਸੇ ਪਾਸੇ ਛੋਟੇ ਬਰਛੇ ਚੱਲਦੇ ਨੇ, ਕਿਸੇ ਪਾਸੇ ਲੋਹੇ ਦੀਆਂ ਬਣੀਆਂ ਢਾਲਾਂ ਚੱਲਦੀਆਂ ਹਨ। यके देव आमद के जागो निशा ਇਹਨੇ ਨੂੰ ਇੱਕ ਦੇਵ ਆਇਆ, ਦੇਵ ਦਾ ਭਾਵ ਹੈ ਇੱਥੇ ਦੈਂਤ, ਇਹਨੇ ਨੂੰ ਇੱਕ ਦੈਂਤ ਆਇਆ ਕਿ ਜਾਗੋ ਨਿਸ਼ਾ। ਜਿਵੇਂ ਕਾਲੀ ਬੌਲੀ ਰਾਤ ਹੁੰਦੀ ਹੈ ਨਾ, ਤੇ ਮਹਾਰਾਜ ਕਹਿੰਦੇ ਕਾਲੀ ਬੌਲੀ ਰਾਤ ਵਾਂਗੂ ਇੱਕ ਕਾਲੇ ਰੰਗ ਦਾ ਜਿਵੇਂ ਕਾਂ ਹੁੰਦਾ ਹੈ, ਇਹਦਾ ਨਿਸ਼ਾਨ ਦਾ ਭਾਵ ਹੈ ਵੀ ਕਾਲਾ। ਰਾਤ ਕਹਿੰਦੇ ਆ, ਰਾਤ ਨੂੰ ਨਿਸ ਕਹਿੰਦੇ, ਨਿਸ ਕਾਲੀ ਹੁੰਦੀ, ਰਾਤ ਕਾਲੀ ਹੁੰਦੀ ਹੈ। ਤੇ ਕਹਿੰਦੇ ਜਾਗੋ, ਜਾਗੋ ਫਾਰਸੀ ਵਿੱਚ ਕਾਂ ਨੂੰ ਕਹਿੰਦੇ, ਜੈਸੇ ਕਾਲੇ ਰੰਗ ਦਾ ਕਾਂ ਹੁੰਦਾ ਹੈ,
ਇਸੇ ਪ੍ਰਕਾਰ ਕਾਲੇ ਰੰਗ ਦਾ ਇੱਕ ਦੈਂਤ ਕਈਏ ਜੰਗ ਵਿੱਚ ਆ ਗਿਆ। जो गुररीद शेर हम चुपीले दमा ਸਤਿਗੁਰੂ ਕਹਿੰਦੇ ਸ਼ੇਰ ਦੀ ਨਿਆਈ ਮੈਦਾਨੇ ਜੰਗ ਦੇ ਵਿੱਚ ਆ ਕਰਕੇ ਗਰਜਣ ਲੱਗਾ ਹੈ। कुनद तीरो बारा चुबारान में ਜੈਸੇ ਆਕਾਸ਼ ਵਿੱਚੋਂ ਮੀਂਹ ਦੀਆਂ ਬੂੰਦਾਂ ਡਿੱਗਦੀਆਂ ਵਰਖਾ ਹੁੰਦੀ ਹੈ, ਇਹਨੇ ਜੰਗ ਵਿੱਚ ਆਉਂਦਿਆਂ ਤੀਰਾਂ ਦੀ ਬਾਰਿਸ਼ ਕਰ ਦਿੱਤੀ ਹੈ। बरखश अंदरूं बरक ओ हम चूते ਪਾਤਸ਼ਾਹ ਕਹਿੰਦੇ ਪਹਿਲਾਂ ਤੀਰਾਂ ਦੀ ਵਰਖਾ ਕੀਤੀ, ਫਿਰ ਇਸੇ ਪ੍ਰਕਾਰ ਤੇਗ ਦੀ ਵਰਖਾ ਕੀਤੀ ਹੈ। बजोशो अंदर आमद दहाने दोहल ਜੰਗ ਦੇ ਵਿੱਚ ਆ ਕਰਕੇ ਦਹਾਨੇ ਦੋਹਲ ਨਾਮ ਹੁੰਦਾ ਢੋਲ ਦਾ, ਤੇ ਦਹਾਨੇ ਕਹਿੰਦੇ ਮੂੰਹ ਨੂੰ, ਕਹਿੰਦੇ ਢੋਲ ਦਾ ਮੂੰਹ ਖੋਲ ਦਿੱਤਾ ਹੈ। ਜੋਸ਼ ਦੇ ਨਾਲ ਆ ਕਰਕੇ ਆਪਣੇ ਮੂੰਹ ਰੂਪੀ ਢੋਲ ਦੇ ਨਾਲ ਬੋਲਣ ਲੱਗਾ। जो परगश्त बाजार जाए अजल ਇਹ ਮੈਦਾਨੇ ਜੰਗ ਦੀ ਜਿਹੜੀ ਧਰਤੀ ਹੈ, ਸਤਿਗੁਰੂ ਕਹਿੰਦੇ ਮੌਤ ਦਾ ਥਾਂ ਬਣ ਗਈ। ਹਰ ਪਾਸੇ ਲਾਸ਼ਾਂ ਦੇ ਢੇਰ ਲੱਗ ਗਏ। हरा कस के परराश तीर शस्ता ਹਰ ਇੱਕ ਪਾਸਿਓਂ ਮਹਾਰਾਜ ਜੀ ਕਹਿੰਦੇ ਤੀਰ ਸ਼ਸਤਰ ਅਸਤਰ ਆਦਿਕ ਚੱਲਦੇ ਹਨ। बसद पहलुए पील मर्दा गुजस्ता ਅਨੇਕਾਂ ਹੀ ਜਿਹੜੇ ਮਰਦ ਮੈਦਾਨੇ ਜੰਗ ਦੇ ਵਿੱਚ ਜਿਹੜੇ ਸਨਮੁਖ ਆਏ ਉਹ ਮਾਰੇ ਗਏ। हुमा कस बसे तीर जदबर गजा ਇਸੇ ਪ੍ਰਕਾਰ ਜਿਹੜੇ ਤੀਰ ਹਨ ਉਹਨਾਂ ਦੀ ਵਰਖਾ ਹੁੰਦੀ ਹੈ। बेअफ्ताद देवे जो करखे गिरा ਸਤਿਗੁਰੂ ਜੀ ਕਹਿੰਦੇ ਜਿਹਨੂੰ ਜਿਹਨੂੰ ਸ਼ਸਤਰ ਵੱਜਦਾ ਹੈ, ਬੇਅਫਤਾਦ ਦਾ ਭਾਵ ਹੁੰਦਾ ਉਹ ਧਰਤੀ ਤੇ ਜਾ ਡਿੱਗਦਾ ਹੈ। ਵੈਸੇ ਕਈ ਲਿਖਤਾਂ ਦੇ ਵਿੱਚ ਉਫਤਾਦ ਪਾਠ ਹੈ, ਤੇ ਇੱਥੇ ਕਈ ਥਾਵਾਂ ਤੇ ਬੇਅਫਤਾਦ ਪਾਠ ਆਉਂਦਾ ਹੈ। ਤਾਂ ਮਤਲਬ ਤਾਂ ਇਹੀ ਹੈ ਇਹਨਾਂ ਦੋਹਾਂ ਸ਼ਬਦਾਂ ਦਾ ਵੀ ਡਿੱਗਣਾ। ਫਾਰਸੀ ਦੇ ਅੰਦਰ ਬੇਅਫਤਾਦ ਡਿੱਗ ਜਾਣਾ। ਜਿਨ੍ਹਾਂ ਦੇ ਤੀਰ ਵੱਜਦੇ ਨੇ ਉਹ ਜਿਹੜੇ ਯੋਧੇ ਮੈਦਾਨੇ ਜੰਗ ਦੇ ਅੰਦਰ ਜਾ ਕਰਕੇ ਡਿੱਗ ਪੈਂਦੇ। ਬਾਦਸ਼ਾਹ ਕਹਿੰਦੇ ਚੂ ਕਰਖੇ ਗੇਰਾ, ਜਿਸ ਪ੍ਰਕਾਰ ਵੱਡੇ ਪਹਾੜ ਡਿੱਗਦੇ, ਪਹਾੜ ਦੇ ਵਾਂਗੂ ਇਹ ਯੋਧੇ ਡਿੱਗਦੇ ਹਨ। गरदेव गरगश्त ब्यामद बजंग ਇਹਨੇ ਨੂੰ ਇੱਕ ਹੋਰ ਕਹਿੰਦੇ ਦੈਂਤ ਜਿਹੜਾ ਸੀ ਗਰਜਦਾ ਹੋਇਆ ਜੰਗ ਵਿੱਚ ਆ ਗਿਆ। जो शेरे अजीम हम चुपररा पेलंग ਪਾਤਸ਼ਾਹ ਕਹਿੰਦੇ ਜਿਵੇਂ ਕੋਈ ਵੱਡਾ ਸ਼ੇਰ ਹੁੰਦਾ ਹੈ, ਔਰ ਹਮ ਚੂ ਪਰਰਾ ਪਿਲੰਗ ਕਹਿੰਦੇ ਚਿਤਰਾ ਸ਼ੇਰ ਜਿਹੜਾ ਹੁੰਦਾ, ਜਿਹਨੂੰ ਆਪਾਂ ਸਾਧ ਸੰਗਤ ਇੱਕ ਸ਼ੇਰ ਹੁੰਦਾ, ਇੱਕ ਚਿਤਰਾ ਸ਼ੇਰ ਹੁੰਦਾ, ਰੰਗ ਬਰੰਗਾ ਜਿਹਾ ਨਾ, ਕਾਲੀਆਂ ਤੇ ਚਿੱਟੀਆਂ ਧਾਰੀਆਂ ਉਹਦੇ ਵਿੱਚ ਹੁੰਦੀਆਂ, ਆਮ ਨੂੰ ਟਾਈਗਰ ਕਹਿ ਦਿੰਦੇ ਨੇ, ਪਰ ਉਹ ਸ਼ੇਰ ਨਹੀਂ ਹੁੰਦਾ, ਉਹ ਟਾਈਗਰ ਹੁੰਦਾ। ਉਹਦੀ ਇੱਕ ਵੱਖਰੀ ਕਿਸਮ ਹੁੰਦੀ ਹੈ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਵੱਡਾ ਸ਼ੇਰ ਜੰਗ ਵਿੱਚ ਆਇਆ, ਚੂ ਸ਼ੇਰੇ ਅਜ਼ੀਮ ਵੱਡੇ ਨੂੰ ਕਹਿੰਦੇ, ਜਿਵੇਂ ਕੋਈ ਵੱਡਾ ਸ਼ੇਰ ਹੁੰਦਾ ਹੈ, ਸ਼ੇਰ ਦੇ ਵਾਂਗੂ ਰਾਖਸ਼ ਜੰਗ ਵਿੱਚ ਆਇਆ। ਹਮ ਚੂ ਪਰਰਾ ਪਿਲੰਗ, ਤੇ ਜਿਵੇਂ ਕੋਈ ਚਿਤਰਾ ਸ਼ੇਰ ਹੁੰਦਾ ਹੈ, ਇਸ ਤਰ੍ਹਾਂ ਉਹ ਜੰਗ ਵਿੱਚ ਆਇਆ ਹੈ। चुना जख्म गोपाल अंदाखत सख्त ਤੇ ਜਦੋਂ ਸਾਹਮਣੇ ਆਇਆ ਨਾ ਉਸ ਲੜਕੀ ਨੇ ਗੋਪੀਆ, ਹੁਣ ਤਾਂ ਅੱਜ ਕੱਲ ਤਾਂ ਭੁੱਲ ਗਿਆ ਨਾ ਗੋਪੀਆ ਕਿਹਨੂੰ ਕਹਿੰਦੇ ਨੇ। ਆਮ ਕਰਕੇ ਪੁਰਾਣੇ ਜਿਹੜੇ ਬਜ਼ੁਰਗਾਂ ਨੂੰ ਪਤਾ ਹੋਏਗਾ, ਜਦੋਂ ਖੇਤਾਂ ਵਿੱਚ ਜ਼ਿਮੀਂਦਾਰ ਫਸਲ ਬੀਜਦਾ ਸੀ ਨਾ, ਖੁਆਣੀਆਂ ਜੀਆਂ ਹੁੰਦੀਆਂ ਸਨ, ਉਹਦੇ 'ਚ ਪਾ ਕੇ ਨਾ ਰੋੜਾ, ਤੇ ਉਹ ਚਲਾਉਂਦੇ ਸਨ, ਉਹਨੂੰ ਗੋਪੀਆ ਕਹਿੰਦੇ ਨੇ। ਫਿਰ ਗੁਲੇਲ ਜੀ ਬਣਾ ਲੈਣੀ, ਉਹ ਗੋਪੀਆ ਚਲਾਉਣਾ ਵੀ ਪੰਛੀ ਜਿਹੜੇ ਫਸਲ ਖਰਾਬ ਨਾ ਕਰਨ, ਉਹਨੂੰ ਗੋਪਾਲ ਕਹਿੰਦੇ ਨੇ ਫਾਰਸੀ ਵਿੱਚ, ਜਿਹੜਾ ਉਹ ਗੁਲੇਲਾ ਗੋਪੀਆ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਇਸੇ ਪ੍ਰਕਾਰ ਜਦੋਂ ਸਾਹਮਣੇ ਆਇਆ ਚੁਨਾ ਜ਼ਖਮ ਗੋਪਾਲ ਅੰਦਾਖਤ ਸਖਤ, ਉਸ ਲੜਕੀ ਨੇ ਇੱਕ ਗੋਲੇਲਾ ਇਹੋ ਜਿਹਾ ਸਖਤ ਕਹਿੰਦੇ ਉਸ ਰਾਖਸ਼ ਦੇ ਮਾਰਿਆ ਹੈ। बेअफ्ताद दानो चो बेख अज दरख्त ਉਹ ਇਸ ਤਰ੍ਹਾਂ ਉਲਟ ਕੇ ਧਰਤੀ ਤੇ ਜਾ ਡਿੱਗਿਆ, ਜਿਸ ਪ੍ਰਕਾਰ ਕੋਈ ਵੱਡਾ ਦਰਖਤ ਜੜੋਂ ਉਲਟ ਕੇ ਧਰਤੀ ਤੇ ਡਿੱਗ ਪੈਂਦਾ ਹੈ। दिगर कस नियामत अजो आरजो ਇਸ ਪ੍ਰਕਾਰ ਕਹਿੰਦੇ ਜਦੋਂ ਜੰਗ ਦੇ ਵਿੱਚ ਇੰਨੇ ਯੋਧੇ ਸ਼ਹੀਦ ਹੋ ਗਏ ਤੇ ਕਿਸੇ ਹੋਰ ਦਾ ਹੀਆ ਨਾ ਪਿਆ ਵੀ ਜੰਗ ਦੇ ਵਿੱਚ ਜਾ ਕੇ ਜੰਗ ਕਰੀਏ, ਕਿਸੇ ਦੇ ਅੰਦਰ ਇੱਛਾ ਹੀ ਪੈਦਾ ਨਹੀਂ ਹੋਈ। क़यामत बजंगे चुनी माहरो ਕੋਈ ਵੀ ਆ ਕਰਕੇ ਜੰਗ ਦੇ ਵਿੱਚ ਲੜਨ ਲਈ ਤਿਆਰ ਨਹੀਂ ਹੈ। शहे चीन सरताज रंगी नेहा ਇਸ ਤਰ੍ਹਾਂ ਚੀਨ ਦਾ ਜਿਹੜਾ ਸਰਤਾਜ ਸੀ, ਮਹਾਰਾਜ ਕਹਿੰਦੇ ਉਹਨੇ ਆਪਣਾ ਤਾਜ ਲਾ ਕੇ ਰੱਖ ਦਿੱਤਾ। बलाए गुबारश दहन बर कुशार ਇਹਨੇ ਨੂੰ ਕਾਲੇ ਰੰਗ ਦੀ ਚੁੜੇਲ ਆ ਗਈ, ਮੂੰਹ ਖੋਲ ਕੇ ਆਪਣਾ। ਇਹਦਾ ਭਾਵ ਹੈ, ਇੱਕ ਦ੍ਰਿਸ਼ਟਾਂਤ ਹੈ
ਵੀ ਚੀਨ ਦਾ ਸਰਤਾਜ ਇਧਰ ਡੁੱਬਦਾ ਹੈ ਨਾ, ਸੂਰਜ ਲਹਿੰਦੇ ਵੱਲ, ਚੀਨ ਇਸੇ ਪਾਸੇ ਹੀ ਹੈ। ਮਹਾਰਾਜ ਕਹਿੰਦੇ ਚੀਨ ਦਾ ਸਰਤਾਜ ਜਿਹੜਾ ਸੂਰਜ ਹੈ ਉਹਨੇ ਆਪਣਾ ਤਾਜ ਲਾ ਦਿੱਤਾ, ਯਾਨੀ ਕਿ ਸੂਰਜ ਡੁੱਬ ਗਿਆ। ਇੰਨੇ ਨੂੰ ਕਾਲੇ ਰੰਗ ਦੀ ਚੁੜੇਲ ਆ ਗਈ, ਭਾਵ ਰਾਤ ਆ ਗਈ, ਤੇ ਰਾਤ ਨੇ ਆਪਣਾ ਮੂੰਹ ਖੋਲ ਲਿਆ ਹੈ। ਸ਼ਬ ਆਮਦ ਯਕੇ ਫੌਜ ਰਾਸਾਜ਼ ਕਰਦਾ। ਤੇ ਜਦੋਂ ਇਹ ਚੁੜੇਲ ਆਈ, ਪਾਤਸ਼ਾਹ ਕਹਿੰਦੇ ਇਹਦੇ ਆਉਣ ਦੇ ਨਾਲ ਫਿਰ ਰਾਤ ਦਾ ਮਾਲਕ ਚੰਦਰਮਾ ਆ ਗਿਆ, ਤੇ ਚੰਦਰਮਾ ਆਪਣੀਆਂ ਫੌਜਾਂ ਲੈ ਕੇ ਆਇਆ, ਯਾਨੀ ਚੰਦਰਮਾ ਆਇਆ ਤੇ ਨਾਲ ਤਾਰਿਆਂ ਨੂੰ ਵੀ ਲੈ ਕੇ ਆਇਆ ਹੈ। ਸੇ ਦੀਗਰ ਵਜ਼ੈ ਬਾਜ਼ੀ ਆਗਾਜ਼ ਕਰਦਾ। ਇਸ ਪ੍ਰਕਾਰ ਰਾਤ ਦੇ ਵਕਤ ਮਹਾਰਾਜ ਕਹਿੰਦੇ ਉਹਨੇ ਆ ਕਰਕੇ ਇੱਕ ਵੱਖਰੇ ਢੰਗ ਦਾ ਹੀ ਆਗਾਜ਼ ਕਰ ਦਿੱਤਾ ਹੈ ਕਿ ਅਫਸੋਸ ਅਫਸੋਸ ਹੈ ਹਾਥ ਹਾਥ। ਰਾਤ ਪੈ ਗਈ, ਯੋਧੇ ਘਰਾਂ ਨੂੰ ਚਲੇ ਗਏ, ਆਪਣੇ ਆਪਣੇ ਮੋਰਚਿਆਂ ਵਿੱਚ ਚਲੇ ਗਏ। ਉਥੇ ਬਹਿ ਕੇ ਕਹਿੰਦੇ ਕਿ ਅਫਸੋਸ ਅਫਸੋਸ ਹੈ ਹਾਥ ਹਾਥ। ਹਾਥ ਕਹਿੰਦੇ ਹਾਏ ਨੂੰ, ਉਹ ਯੋਧੇ ਹਾਏ ਹਾਏ ਕਰਦੇ ਨੇ, ਕਹਿੰਦੇ ਅਫਸੋਸ ਹੈ ਸਾਨੂੰ ਆਪਣੇ ਆਪ ਤੇ ਅਫਸੋਸ ਹੈ। ਅਜ਼ੀ ਉਮਰ ਵਜ਼ੀ ਜ਼ਿੰਦਗੀ ਜ਼ੀ ਹਯਾਤ। ਸਾਨੂੰ ਅਫਸੋਸ ਹੈ ਆਪਣੀ ਉਮਰ ਤੇ, ਸਾਨੂੰ ਅਫਸੋਸ ਹੈ ਆਪਣੀ ਜ਼ਿੰਦਗੀ ਤੇ, ਸਾਨੂੰ ਅਫਸੋਸ ਹੈ ਆਪਣੇ ਹਯਾਤ ਤੇ ਹਯਾਤ ਜੀਵਨ ਨੂੰ। ਕਹਿੰਦੇ ਸਾਨੂੰ ਇਹਨਾਂ ਚੀਜ਼ਾਂ ਤੇ ਅਫਸੋਸ ਹੈ, ਅਸੀਂ ਇੱਕ ਲੜਕੀ ਨੂੰ ਨਹੀਂ ਜਿੱਤ ਸਕੇ, ਇੱਕ ਰਾਜਕੁਮਾਰੀ ਨੂੰ ਜੰਗ ਵਿੱਚ ਜਿੱਤ ਨਹੀਂ ਸਕੇ। ਬਰੋਜ਼ੇ ਦਿਗਰ ਰੋਸ਼ਨੀਅਤ ਫਿਕਰ। ਸਤਿਗੁਰੂ ਕਹਿੰਦੇ ਫਿਰ ਦੂਸਰਾ ਦਿਨ ਹੋਇਆ, ਰੌਸ਼ਨੀ ਨੂੰ ਪ੍ਰਗਟ ਕਰਨ ਵਾਲਾ ਸੂਰਜ ਚੜ ਗਿਆ। ਬਰ ਔਰੰਗ ਦਰ ਆਮਦ ਚੋ ਸ਼ਾਹੇ ਦਿਗਰ। ਇਸ ਪ੍ਰਕਾਰ ਤਖਤ ਦੇ ਉੱਪਰ ਕੋਈ ਪਾਤਸ਼ਾਹ ਆ ਕੇ ਬੈਂਦਾ ਹੈ, ਇਸੇ ਪ੍ਰਕਾਰ ਸੂਰਜ ਆਕਾਸ਼ ਵਿੱਚ ਚੜ ਗਿਆ। ਸਿਪਹਿ ਸੂ ਦੋ ਬਰਖਾਸਤ ਅਜ਼ ਜੋਸ਼ ਜੰਗ। ਦੋਨੇ ਦਿਸ਼ਾਵਾਂ ਦੇ ਸਿਪਾਹੀ ਜਿਹੜੇ ਸਨ ਬੜੇ ਜੋਸ਼ ਦੇ ਨਾਲ ਜੰਗ ਵਿੱਚ ਆ ਗਏ। ਰਵਾ ਸ਼ੁੱਧ ਬਾਹਰ ਗੋਸ਼ ਤੀਰੇ ਤੁਫੰਗ। ਜੰਗ ਦੇ ਵਿੱਚ ਆਉਂਦਿਆਂ ਸਾਰ ਉਹਨਾਂ ਨੇ ਤੀਰ ਤੇ ਤੁਫੰਗ ਚਲਾ ਦਿੱਤੇ ਹਨ। ਰਵਾਰਵ ਸ਼ੁਦੇ ਕੈ ਬਰੇ ਕੀ ਨਹਿ ਕੋਸ਼। ਸਤਿਗੁਰੂ ਕਹਿੰਦੇ ਯੋਧਿਆਂ ਨੇ ਕਬਾਨਾਂ ਦੇ ਵਿੱਚੋਂ ਬੜੀ ਤੇਜ਼ੀ ਦੇ ਨਾਲ ਆਪਣੇ ਤੀਰ ਛੱਡ ਕੇ ਅਨੇਕਾਂ ਯੋਧਿਆਂ ਨੂੰ ਮਾਰਿਆ ਹੈ। ਚੰਗੇ ਤੋਂ ਚੰਗੇ ਤੀਰ ਚਲਾਏ ਹਨ ਯੋਧਿਆਂ ਨੇ। ਹਾਂਜੀ, ਕੇ ਬਾਜ਼ੂਏ ਮਰਦਾ ਵਾਵਰਤ ਜੋਸ਼। ਜਿੰਨੇ ਵੀ ਮਰਦ ਯੋਧੇ ਸਨ, ਪਾਤਸ਼ਾਹ ਕਹਿੰਦੇ ਜੰਗ ਦੇ ਵਿੱਚ ਬੜੇ ਜੋਸ਼ ਦੇ ਵਿੱਚ ਆ ਕੇ ਖੇਡਣ ਲੱਗ ਪਏ। ਜੋ ਲਸ਼ਕਰ ਤਮਾਮੀ ਦਰ ਆਮਦ ਬਾਕਾ। ਜਿੰਨਾ ਵੀ ਦੁਸ਼ਮਣ ਦਾ तमाम ਲਸ਼ਕਰ ਸੀ ਜੋ ਜੰਗ ਦੇ ਮੈਦਾਨ ਦੇ ਵਿੱਚ ਆਇਆ, ਉਹ ਮਾਰਿਆ ਗਿਆ। ਯਕੇ ਮਾਦ ਔਰਾਸਤ ਸੋ ਭੱਟ ਸਿੰਘ ਨਾ। ਅੰਤ ਨੂੰ ਫਿਰ ਇੱਕ ਯੋਧਾ ਰਹਿ ਗਿਆ ਜਿਹਦਾ ਨਾਮ ਸੀ ਸੁਭੱਟ ਸਿੰਘ, ਕੇਵਲ ਉਹੀ ਬਚਿਆ, ਬਾਕੀ ਸਭ ਮਾਰੇ ਗਏ। ਬਗਿਓਦ ਕੇ ਏ ਸ਼ਾਹ ਰੁਸਤਮ ਜ਼ਮਾ। ਉਹ ਜਿਹੜੀ ਲੜਕੀ ਸੀ ਰਾਜਕੁਮਾਰੀ, ਵੰਗਾਰ ਕੇ ਲਲਕਾਰ ਕੇ ਆਖਣ ਲੱਗੀ ਕਿ ਏ ਸ਼ਾਹ ਰੁਸਤਮ ਜ਼ਮਾ। ਆਖਣ ਲੱਗੀ ਹੈ ਰੁਸਤਮ ਜ਼ਮਾ, ਹੈ ਬਾਦਸ਼ਾਹ, ਹੈ ਰਾਜਾ ਸੁਣ। ਹਾਂਜੀ, ਤੁਮਾਰਾ ਬੇਕੁਨਜ਼ਾ ਬਗੀਰੀ ਕਮਾ। ਜਾਂ ਤਾਂ ਮੈਨੂੰ ਆ ਕੇ ਵਰ ਲੈ, ਜਾਂ ਤਾਂ ਵਿਆਹ ਲੈ। ਬਾ ਬਗੀਰੀ ਕਮਾ, ਜੇ ਨਹੀਂ ਵਿਆਹ ਸਕਦਾ ਤੇ ਹੱਥ ਵਿੱਚ ਕਮਾਨ ਫੜ ਲੈ, ਫਿਰ ਮੇਰੇ ਨਾਲ ਜੰਗ ਕਰਨ ਲਈ ਤਿਆਰ ਹੋ ਜਾ। ਬਜ਼ਬ ਅੰਦਰ ਆਮਦ ਚੋ ਸ਼ੇਰੇ ਜ਼ਿਆ। ਗੁਰੂ ਸਾਹਿਬ ਜੀ ਕਹਿੰਦੇ ਇੰਨੀ ਗੱਲ ਸੁਣਦਿਆਂ ਸਾਰ ਉਹ ਸੂਰਬੀਰ ਯੋਧਾ ਬੜੇ ਜੋਸ਼ ਦੇ ਅੰਦਰ ਆ ਗਿਆ ਹੈ। ਨਾ ਪੁੱਛਤੇ ਦੇ ਹਮ ਬਾਨੂਏ ਹਮ ਚੁਨਾ। ਸਾਧ ਸੰਗਤ ਜੀ ਕਹਿੰਦੇ ਉਸ ਲੜਕੀ ਨਾਲ ਜੰਗ ਕਰਨ ਵਾਸਤੇ ਆਇਆ, ਜਿਹੜੀ ਇਸ ਤਰ੍ਹਾਂ ਸ਼ੋਭਾ ਪਾਉਂਦੀ ਹੈ ਜਿਵੇਂ ਪੋਸਤ ਦਾ ਫੁੱਲ ਹੋਵੇ। ਬਾਪੋਸ਼ਿਤ ਗੁਫਤਾਨ ਜੋਸ਼ੀਦ ਜੰਗ। ਸਰੀਰ ਦੇ ਉੱਪਰ ਉਹਨੇ ਫੁਲਾਦ ਦੀ ਸੰਜੋ ਪਹਿਨ ਲਈ ਤੇ ਬੜੇ ਜੋਸ਼ ਨਾਲ ਜੰਗ ਵਿੱਚ ਆਇਆ ਹੈ। ਬਕੋਸ਼ਿਤ ਚੂ ਸ਼ੇਰ ਮਰਦਾ ਨਿਹੰਗ। ਜੰਗ ਨੂੰ ਜਿੱਤਣ ਵਾਸਤੇ ਸ਼ੇਰ ਦੇ ਵਾਂਗੂ ਤੇ ਮਰਦਾਨ ਨਿਹੰਗ ਜੈਸੇ ਮਗਰਮੱਛ ਹੁੰਦਾ ਹੈ, ਉਹਦੇ ਵਾਂਗੂ ਗਰਜਦਾ ਆਇਆ ਹੈ। ਬਜਾਇਸ਼ ਦਰ ਆਮਦ ਚੋ ਸ਼ੇਰੇ ਅਜ਼ੀਮ। ਵੱਡੇ ਸ਼ੇਰ ਦੇ ਵਾਂਗੂ ਜੰਗ ਦੇ ਵਿੱਚ ਆਣ ਪਹੁੰਚਿਆ। ਬਕੈਬਰ ਕਮਾ ਕਰਦ ਬਾਰਿਸ਼ ਕਰੀ। ਜੰਗ ਦੇ ਵਿੱਚ ਆਉਂਦੇ ਆਪਣੀ ਕਮਾਨ ਦੁਆਰਾ ਤੀਰਾਂ ਦੀ ਬਾਰਿਸ਼ ਕਰਦਾ ਹੈ। ਚਪੋ ਰਾਸਤ ਉਹ ਕਰਦ ਖਮ ਕਰਦ ਰਾਸਤ। ਮਹਾਰਾਜ ਕਹਿੰਦੇ ਚਪੋ ਰਾਸਤ ਉਹ ਕਰਦ, ਚਪੋ ਤੇ ਰਾਸਤ ਸੱਜੇ ਖੱਬੇ, ਸੱਜੇ ਖੱਬੇ ਤੀਰ ਚਲਾਉਂਦਾ, ਖੰਮ ਟੇਢੇ ਤੀਰ ਚਲਾਉਂਦਾ ਹੈ।
ਇਸ ਤਰ੍ਹਾਂ 4 ਚਫੇਰੇ ਤੋਂ ਤੀਰਾਂ ਦੀ ਵਰਖਾ ਕਰਦਾ ਹੈ। करे में कमा चरख चीनी बखाश। ਉਹਦੀ ਚੀਨ ਦੀ ਬਣੀ ਹੋਈ ਜਿਹੜੀ ਕਮਾਨ ਹੈ, ਪਾਤਸ਼ਾਹ ਕਹਿੰਦੇ ਕੜਾਕੇ ਪਾਉਂਦੀ ਹੈ, ਉਹਦੇ ਵਿੱਚੋਂ ਤਾੜ ਤਾੜ ਕਰਦੇ ਤੀਰ ਨਿਕਲਦੇ ਹਨ। हराकश के नेज़े बेअफ्ताद मुस्ताद। ਇਸ ਪ੍ਰਕਾਰ ਨੇਜਿਆਂ ਦੇ ਨਾਲ ਕਹਿੰਦੇ ਜੰਗ ਕਰਦਿਆਂ ਅਨੇਕਾਂ ਯੋਧੇ ਸੁੱਟ ਦਿੱਤੇ। तागश्त मुश्ते हमी चार गश्त। ਉਸ ਲੜਕੀ ਨੇ ਜਿਹਨੂੰ ਨੇਜਾ ਮਾਰਿਆ, ਪਾਤਸ਼ਾਹ ਕਹਿੰਦੇ ਦੁਤਾਗਸਤ ਮੁਸਤੇ ਹਮੀ 4 ਗਸਤ। ਜਿਹਨੂੰ ਨੇਜਾ ਮਾਰਦੀ ਹੈ, ਕੋਈ 2 ਟੋਟੇ ਹੋ ਗਿਆ, ਦੁਤਾਗਸਤ ਮੁਸਤੇ ਅਧੂਰਾ ਹੋ ਗਿਆ, ਭਾਵ 2 ਟੋਟੇ ਹੋ ਗਏ। ਤੋ ਹਮੀ 4 ਗਸਤ, ਕਿਸੇ ਦੇ 4 ਟੋਟੇ ਉਹਨੇ ਕਰ ਦਿੱਤੇ, ਕਿਸੇ ਦਾ ਲਿਹਾਜ਼ ਨਹੀਂ ਕੀਤਾ, ਜਿਹੜਾ ਸਾਹਮਣੇ ਆਇਆ ਉਹਨੂੰ ਹੀ ਪਰੋ ਦਿੱਤਾ। ਇਹ ਜਿਹੜੀ ਹਕਾਇਤ ਕਹਾਣੀ ਹੈ, ਇਹ ਜਫਰਨਾਮੇ ਦੇ ਵਿੱਚ ਲਮੇਰੀ ਹੈ। ਇਹਦੇ ਤਕਰੀਬਨ 140 ਬੈਂਤ ਨੇ। 2 ਹਕਾਇਤਾਂ ਸਭ ਤੋਂ ਜ਼ਿਆਦੀਆਂ ਲੰਮੀਆਂ ਨੇ, ਇੱਕ ਚੌਥੀ ਹਕਾਇਤ, ਇੱਕ 10ਵੀਂ ਹਕਾਇਤ। 10ਵੀਂ ਹਕਾਇਤ ਦੇ 180 ਬੈਂਤ ਮਹਾਰਾਜ ਕਲਗੀਧਰ ਜੀ ਨੇ ਲਿਖੇ ਨੇ। ਤੋ ਕਰੀਬਨ ਕੁਝ ਕੁ ਹਕਾਇਤ ਰਹਿ ਗਈ, ਅੱਧੀ ਕੱਲ ਨੂੰ ਆਪਾਂ ਸਰਵਣ ਕਰਾਂਗੇ। ਔਰ ਇੱਕ ਔਰਤ ਦਾ ਕਰੈਕਟਰ ਕੀ ਹੁੰਦਾ ਹੈ, ਦੇਖੋ ਅਸੀਂ ਕੀ ਸੋਚਦੇ ਆ, ਸਾਡੀ ਕੀ ਸੋਚ ਹੁੰਦੀ ਹੈ, ਤੇ ਗੁਰੂ ਕਲਗੀਧਰ ਜੀ ਦੀ ਸੋਚ ਕੀ ਹੈ। ਔਰ ਮਹਾਰਾਜ ਨੇ ਇਸ ਲੜਕੀ ਦਾ ਕਰੈਕਟਰ ਇਸ ਰੂਪ ਵਿੱਚ ਪੇਸ਼ ਕੀਤਾ ਜਿਵੇਂ ਕੋਈ ਯੋਧਾ ਹੋਵੇ, ਜੰਗ ਦੇ ਅੰਦਰ ਲੜਦਾ ਹੋਵੇ। ਇਸੇ ਕਰਕੇ ਖੰਡੇ ਬਾਟੇ ਦੀ ਪੌਲ ਛਕਾਣ ਵੇਲੇ ਗੁਰੂ ਕਲਗੀਧਰ ਜੀ ਨੇ ਬਰਾਬਰ ਦਾ ਹਿੱਸਾ ਵੰਡਿਆ। ਜਿਹੜਾ ਪੁਰਸ਼ ਨੂੰ ਦਿੱਤਾ ਉਹੀ ਹਿੱਸਾ ਇਸਤਰੀ ਨੂੰ ਦਿੱਤਾ। ਦੋਨਾਂ ਨੂੰ ਅੰਮ੍ਰਿਤ ਛਕਾਇਆ, ਸਿੰਘ ਕੌਰ ਦਾ ਨਾਮ ਦਿੱਤਾ। ਔਰ ਜਿਹੜੀ ਬਾਣੀ ਪੁਰਸ਼ ਲਈ ਉਹੀ ਔਰਤ ਲਈ। ਜੋ ਪੁਰਸ਼ ਕਰ ਸਕਦਾ ਹੈ ਧਾਰਮਿਕ ਕਰਮ, ਉਹੀ ਦਾਤ ਮਹਾਰਾਜ ਨੇ ਔਰਤਾਂ ਨੂੰ ਵੀ ਬਖਸ਼ਿਸ਼ ਕੀਤੀ ਹੈ। ਪਰ ਮੈਂ ਇੱਕ ਗੱਲ ਹਮੇਸ਼ਾ ਜ਼ਰੂਰ ਕਹਿੰਦਾ ਹੁੰਦਾ ਕਿ ਜਿੰਨੀ ਸ਼ਰਧਾ ਭਾਵਨਾ, ਜਿੰਨਾ ਅਕੀਦਾ ਬੀਬੀਆਂ ਦੇ ਅੰਦਰ ਹੁੰਦਾ, ਮਾਤਾਵਾਂ ਅੰਦਰ ਹੁੰਦਾ, ਇਹਨਾਂ ਪੁਰਸ਼ਾਂ ਅੰਦਰ ਨਹੀਂ ਹੁੰਦਾ। ਕਿਉਂਕਿ ਇਹ ਰਹਿਮਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਨੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਦੋਂ ਸਤਿਗੁਰੂ ਪ੍ਰਗਟ ਹੁੰਦੇ ਨੇ ਤੇ ਅੰਮ੍ਰਿਤਸਰ ਸਾਹਿਬ ਆਏ, ਤੇ ਇੱਥੇ ਮਸੰਦਾਂ ਨੇ ਦਰਵਾਜ਼ਾ ਬੰਦ ਕਰ ਲਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ। ਤੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਸਰੋਵਰ ਵਿੱਚ, ਤੇ ਜਿੱਥੇ ਸਤਿਗੁਰਾਂ ਦਾ ਸਥਾਨ ਬਣਿਆ ਨਾ ਥੜਾ ਸਾਹਿਬ, ਬਿਲਕੁਲ ਨਾਲ ਅਕਾਲ ਤਖਤ ਸਾਹਿਬ ਦੇ, ਉੱਥੇ ਬਿਰਾਜ ਗਏ। ਤੇ ਉੱਥੇ ਬਚਨ ਕੀਤਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨ ਅਗਨ ਤੇ ਅੰਤਰ ਸੜੀਏ। ਸਤਿਗੁਰੂ ਕਹਿੰਦੇ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਮਸੰਦ ਨਹੀਂ, ਵੀ ਇਹ ਤਾਂ ਨਗਰੀ ਰੱਬ ਦਾ ਘਰ ਹੈ, ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਤਾਂ ਰੱਬ ਦਾ ਘਰ ਹੈ। ਤੁਸੀਂ ਅੰਮ੍ਰਿਤਸਰ ਸਾਹਿਬ ਦੇ ਮਸੰਦ ਨਹੀਂ ਹੋ ਸਕਦੇ, ਤੁਸੀਂ ਅੰਦਰੋਂ ਸੜੇ ਹੋਏ ਹੋ, ਤੁਹਾਨੂੰ ਤ੍ਰਿਸ਼ਨਾ ਦੀ ਅੱਗ ਨੇ ਸਾੜ ਦਿੱਤਾ। ਆਮ ਕਰਕੇ ਲੋਕਾਂ ਨੇ ਗਲਤ ਕਹਾਵਤ ਬਣਾ ਦਿੱਤੀ, ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ, ਵੀ ਜਿਵੇਂ ਕਹਿੰਦੇ ਵੀ ਅੰਮ੍ਰਿਤਸਰੀ ਅੰਦਰ ਸੜੀਏ, ਇਹ ਗਲਤ ਗੱਲ ਹੈ। ਕਿਸੇ ਨੂੰ ਇਦਾਂ ਨਹੀਂ ਬੋਲਣਾ ਚਾਹੀਦਾ। ਜਿਹੜਾ ਬੋਲ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨ ਅਗਨ ਤੇ ਅੰਤਰ ਸੜੀਏ। ਤੁਸੀਂ ਅੰਮ੍ਰਿਤਸਰ ਸਾਹਿਬ ਦੇ ਮਸੰਦ ਨਹੀਂ, ਤੁਸੀਂ ਤ੍ਰਿਸ਼ਨਾ ਦੀ ਅੱਗ ਨਾਲੋਂ ਅੰਦਰੋਂ ਸੜੇ ਹੋ। ਇੱਥੋਂ ਉੱਠ ਕੇ ਮਹਾਰਾਜ ਅੱਗੇ ਇੱਕ ਨਗਰ ਵਿੱਚ ਗਏ। ਉੱਥੇ ਫਿਰ ਜਦੋਂ ਬੀਬੀਆਂ ਨੂੰ ਪਤਾ ਲੱਗਿਆ ਵੀ ਮਸੰਦਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਦਰਵਾਜ਼ਾ ਨਹੀਂ ਖੋਲਿਆ, ਫਿਰ ਉਹ ਗੁਰੂ ਸਾਹਿਬ ਜੀ ਵਾਸਤੇ ਦਹੀਂ, ਦੁੱਧ, ਪ੍ਰਸ਼ਾਦੇ, ਪਦਾਰਥ, ਗੁੜ, ਬਹੁਤ ਕੁਝ ਲੈ ਕੇ ਹਾਜ਼ਰ ਹੋਈਆਂ। ਤੇ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੀਆਂ, ਮਾਫੀ ਮੰਗੀ, ਮਹਾਰਾਜ ਆਪ ਜੀ ਇੱਥੇ ਆਏ ਸੀ ਨਾ, ਮਸੰਦਾਂ ਨੇ ਦਰਵਾਜ਼ਾ ਨਹੀਂ ਖੋਲਿਆ, ਸੇਵਾ ਨਹੀਂ ਕੀਤੀ। ਫਿਰ ਵਰ ਦਿੱਤਾ ਮਹਾਰਾਜ ਨੇ, ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ। ਇਹ ਬਚਨ ਕੀਤਾ ਸੀ ਗੁਰੂ ਸਾਹਿਬ ਨੇ, ਰੱਬ ਦੀ ਰਜ਼ਾ ਵਿੱਚ ਰਹਿਣ ਵਾਲੀਆਂ, ਤੇ ਪਰਮੇਸ਼ਰ ਨੇ ਇਹਨਾਂ ਨੂੰ ਭਗਤੀ ਵਿੱਚ ਲਾਇਆ। ਇਹ ਬੜੀ ਵੱਡੀ ਦਾਤ ਔਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਹੈ। ਤੋ ਗੁਰੂ ਸਾਹਿਬ ਨੇ ਸਾਨੂੰ, ਚਾਹੇ ਕੋਈ ਪੁਰਸ਼ ਚਾਹੇ ਇਸਤਰੀ ਹੈ, ਜੀਵ ਆਤਮਾ ਤਾਂ ਇੱਕੋ ਹੀ ਹੈ ਸਾਰਿਆਂ ਅੰਦਰ। ਭਾਵੇਂ ਸੰਸਾਰ ਵਿੱਚ ਪ੍ਰਜਾਤੀ ਜਿੰਨੀ ਵੀ ਹੈ, ਸਭ ਦਾ ਢਾਂਚਾ ਅਲੱਗ-ਅਲੱਗ ਹੈ, ਰੂਪ ਸਰੂਪ ਸਭ ਹਰ ਕਿਸੇ ਦਾ ਵੱਖਰਾ ਹੈ, ਪਰ ਜੀਵ ਆਤਮਾ ਇੱਕੋ ਹੈ। ਤੇ ਗੁਰੂ ਸਾਹਿਬ ਨੇ ਜਿਹੜੀਆਂ ਵੀ ਦਾਤਾਂ ਵੰਡੀਆਂ, ਇੱਕੋ ਜੀਆਂ ਵੰਡੀਆਂ ਸਾਨੂੰ, ਫਰਕ ਨਹੀਂ ਰੱਖਿਆ ਕੋਈ। ਇਸ ਵਾਸਤੇ ਇੱਕ ਮਹਾਨ ਯੋਧਾ ਕੈਸਾ ਹੋ ਸਕਦਾ, ਉਹ ਪੁਰਸ਼ ਦੇ ਰੂਪ ਵਿੱਚ ਵੀ ਹੋ ਸਕਦਾ ਹੈ, ਇਸਤਰੀ ਦੇ ਰੂਪ ਵਿੱਚ ਵੀ ਹੋ ਸਕਦਾ ਹੈ। ਤੋ ਰਹਿੰਦਾ ਪ੍ਰਸੰਗ ਆਪਾਂ ਕੱਲ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਸਾਹਿਬ ਜੀ ਦੀ
ਪਾਵਨ ਬਾਣੀ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬਿਰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਹਾਂਜੀ। हराकश के नेजे बेअफ्ताद मुस्त दुता गश्त मुश्ते हमी चार गश्त। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ